ਹੈਲੋ ਗੁੱਡ ਮॉर्निंग ਸਟੂडेंट्स, ਕਿਵੇਂ ਹੋ ਸਾਰੇ? ਆਈ ਹੋਪ ਸਾਰੇ ਵਧੀਆ ਹੋਵੋਗੇ। ਤਾਂ ਅੱਜ ਰਾਜੇ ਆਪਾਂ ਆਪਣੇ ਜੋ ਲੈਵਲ 1 ਦਾ ਨੈਕਸਟ ਸੈਸ਼ਨ ਹੈ ਸ਼ੁਰੂ ਕਰਨ ਲੱਗੇ ਹਾਂ, ਜਿਸ ਦਾ ਨਾਮ ਹੈ ਯੂਜ਼ਰ ਇੰਟਰਫੇਸ ਦੀ ਪਹਿਚਾਣ। ਤਾਂ ਯੂਜ਼ਰ ਇੰਟਰਫੇਸ ਦਾ ਮਤਲਬ ਕੀ ਹੁੰਦਾ ਹੈ, ਜਿਸ ਨੂੰ ਅਸੀਂ ਗ੍ਰਾਫਿਕਲ ਯੂਜ਼ਰ ਇੰਟਰਫੇਸ ਕਹਿੰਦੇ ਹਾਂ ਜਾਂ ਸ਼ੋਰਟ ਦੇ ਵਿੱਚ GUI ਵੀ ਕਹਿੰਦੇ ਹਾਂ। ਤਾਂ ਰਾਜੇ ਇੱਕ ਗੱਲ ਤਾਂ ਪਤਾ ਹੀ ਹੈ ਸਭ ਨੂੰ ਕਿ ਆਪਾਂ ਨੂੰ ਫੋਟੋਜ਼ ਜ਼ਿਆਦਾ ਯਾਦ ਰਹਿੰਦੀਆਂ ਨੇ ਟੈਕਸਟ ਦੇ ਨਾਲੋਂ। ਇੱਕ ਟੈਕਸਟ ਲਿਖਿਆ ਅਸੀਂ ਭੁੱਲ ਜਾਂਦੇ ਹਾਂ। ਅਗਰ ਆਪਾਂ ਲੈਸਨ ਦੇ ਵਿੱਚ ਇਕੱਲੇ ਟੈਕਸਟ ਨੂੰ ਦੇਖੀਏ ਤਾਂ ਅਸੀਂ ਉਸਨੂੰ ਭੁੱਲ ਜਾਵਾਂਗੇ। ਅਗਰ ਅਸੀਂ ਇੱਕ ਕਹਾਣੀ ਨੂੰ ਇੱਕ ਪਿਕਚਰਸ ਦੇ ਨਾਲ ਪੜ੍ਹੀਏ ਤਾਂ ਉਹ ਸਾਨੂੰ ਯਾਦ ਰਹਿੰਦੀ ਹੈ। ਉਸੇ ਤਰ੍ਹਾਂ ਗ੍ਰਾਫਿਕਲ ਯੂਜ਼ਰ ਇੰਟਰਫੇਸ ਹੁੰਦਾ ਹੈ, ਜਿਸ ਦੇ ਵਿੱਚ ਅਸੀਂ ਗ੍ਰਾਫਿਕਲ ਚਿੰਨ੍ਹਾਂ ਜਾਂ ਆਈਕਨ ਦੀ ਵਰਤੋਂ ਕਰਦੇ ਹਾਂ। ਇਸ ਦੇ ਨਾਲ ਕੀ ਹੁੰਦਾ ਹੈ, ਇਹ ਸਾਨੂੰ ਚੰਗੀ ਤਰ੍ਹਾਂ ਯਾਦ ਵੀ ਰਹਿੰਦੇ ਹੈ। ਕੋਈ ਵੀ ਚਿੰਨ੍ਹ, ਜਿਵੇਂ ਇੱਕ ਬੋਲਡ ਆਈਕਨ ਦਾ ਚਿੰਨ੍ਹ ਹੋ ਗਿਆ ਜਾਂ ਅੰਡਰਲਾਈਨ ਆਈਕਨ ਦਾ ਚਿੰਨ੍ਹ ਹੋ ਗਿਆ, ਤਾਂ ਸਾਨੂੰ ਆਈਕਨ ਦੇਖ ਕੇ ਉਸਦੇ ਕੰਮ ਦਾ ਪਤਾ ਲੱਗ ਜਾਂਦਾ ਹੈ। ਤਾਂ ਇਸ ਸਾਰਿਆਂ ਨੂੰ ਆਪਾਂ ਗ੍ਰਾਫਿਕਲ ਯੂਜ਼ਰ ਇੰਟਰਫੇਸ ਕਹਿੰਦੇ ਹਾਂ। ਤਾਂ ਅੱਜ ਰਾਜੇ ਜੋ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਾਂਗੇ, ਉਹ ਅਸੀਂ ਹਰ ਇੱਕ ਜੋ ਸਾਡੇ ਕੋਲ ਟੈਬਸ ਨੇ ਰੀਬਨ ਦੇ ਵਿੱਚ, ਉਹਨਾਂ ਦੀ ਆਪਸ਼ਨਸ ਬਾਰੇ ਗੱਲ ਕਰਾਂਗੇ ਵੀ ਹਰ ਇੱਕ ਆਪਸ਼ਨ ਦਾ ਕੀ ਕੰਮ ਹੈ। ਤਾਂ ਮੂਵ ਕਰਦੇ ਹਾਂ ਅੱਗੇ ਅਸੀਂ। ਤਾਂ ਤੁਸੀਂ ਉਰੇ ਦੇਖ ਸਕਦੇ ਹੋ ਰਾਜੇ, ਸਾਡੇ ਕੋਲ ਇੱਕ ਜੋ ਰੀਬਨ ਹੁੰਦਾ ਹੈ ਉਸ ਦੇ ਵਿੱਚ 8 ਟੈਬਸ ਹੁੰਦੀਆਂ ਨੇ। ਇੱਕ ਹੁੰਦੀ ਹੈ ਫਾਈਲ, ਹੋਮ, ਇਨਸਰਟ, ਪੇਜ ਲੇਆਊਟ, ਰੈਫਰੈਂਸ, ਮੇਲਿੰਗ, ਰਿਵਿਊ ਐਂਡ ਵਿਊ। ਠੀਕ ਹੈ, ਤਾਂ ਤੁਹਾਨੂੰ ਹਰ ਇੱਕ 8 ਟੈਬਸ ਇਹ ਤੁਹਾਨੂੰ ਮੂੰਹ ਜ਼ਬਾਨੀ ਯਾਦ ਹੋਣੀ ਚਾਹੀਦੀਆਂ ਨੇ, ਕਿਉਂਕਿ ਹਰ ਇੱਕ ਟੈਬ ਦੇ ਵਿੱਚ ਅਸੀਂ ਕੰਮ ਕਰਦੇ ਹਾਂ। ਤਾਂ ਤੁਹਾਨੂੰ ਹਰ ਇੱਕ ਟੈਬ ਲਾਈਨ ਵਾਈਜ਼ ਯਾਦ ਹੋਣੀ ਚਾਹੀਦੀ ਹੈ ਕਿ ਪਹਿਲਾਂ ਫਾਈਲ ਆਉਂਦੀ ਹੈ, ਫਿਰ ਹੋਮ ਆਉਂਦੀ ਹੈ, ਫਿਰ ਇੰਸਰਟ ਆਉਂਦਾ, ਫਿਰ ਪੇਜ ਆਉਂਦਾ, ਫਿਰ ਲੇਆਊਟ ਆਉਂਦਾ। ਠੀਕ ਹੈ, ਫਿਰ ਰੈਫਰੈਂਸ ਆਉਂਦਾ, ਫਿਰ ਮੇਲਿੰਗ ਅਤੇ ਰਿਵਿਊ ਐਂਡ ਵਿਊ। ਓਕੇ ਰਾਜੇ, ਜੇ ਆਪਾਂ ਇੰਟਰੋਡਕਸ਼ਨ ਦੀ ਗੱਲ ਕਰੀਏ ਤਾਂ ਸਾਡੇ ਕੋਲ ਹਰ ਇੱਕ ਟੈਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਗਰੁੱਪਸ ਹੁੰਦੇ ਨੇ। ਜਿਵੇਂ ਹੋਮ ਟੈਬ ਹੋ ਗਈ, ਇਸ ਦੇ ਅਲੱਗ 5 ਗਰੁੱਪ ਹੁੰਦੇ ਨੇ। ਠੀਕ ਹੈ, ਉਵੇਂ ਇੰਸਰਟ ਟੈਬ ਦੇ ਵੀ ਗਰੁੱਪ ਹੁੰਦੇ ਨੇ ਅਤੇ ਪੇਜ ਲੇਆਊਟ ਟੈਬ ਦੇ ਵੀ ਆਪਣੇ ਅਲੱਗ-ਅਲੱਗ ਗਰੁੱਪ ਹੁੰਦੇ ਨੇ। ਤਾਂ ਤੁਹਾਨੂੰ ਮੈਂ ਜਿਵੇਂ ਪਹਿਲਾਂ ਹੀ ਕਿਹਾ ਹੈ ਕਿ ਟੈਕਸਟ ਤੋਂ ਆਪਾਂ ਨੂੰ ਇੰਨਾ ਯਾਦ ਨਹੀਂ ਰਹੇਗਾ ਜਿੰਨਾ ਕਿ ਅਸੀਂ ਉਸਦੇ ਆਈਕਨਸ ਜਾਂ ਉਸਦੀ ਫੋਟੋ ਨੂੰ ਦੇਖ ਕੇ ਯਾਦ ਰੱਖ ਸਕਦੇ ਹਾਂ। ਤਾਂ ਚਲੋ ਆਪਾਂ ਹੁਣ ਆਈਕਨਸ ਨੂੰ ਦੇਖਦੇ ਹਾਂ, ਸਾਡੇ ਕੋਲ ਕਿਹੜੇ ਆਈਕਨਸ ਹੁੰਦੇ ਨੇ। ਉਸ ਦੇ ਲਈ ਮੈंने MS ਵਰਡ ਨੂੰ ਔਨ ਕੀਤਾ ਹੈ। ਓਕੇ, ਜੋ ਰਾਜੇ ਸਾਡੇ ਕੋਲ ਪਹਿਲਾ ਟੈਬ ਹੈ ਉਹ ਹੈ ਫਾਈਲ ਟੈਬ। ਠੀਕ ਹੈ, ਫਾਈਲ ਟੈਬ ਦੇ ਵਿੱਚ ਕੀ ਹੁੰਦਾ ਹੈ, ਇਸ ਦੇ ਵਿੱਚ ਅਸੀਂ ਅਗਰ ਆਪਣੀ ਫਾਈਲ ਨੂੰ ਸੇਵ ਕਰਨਾ ਹੈ, ਓਪਨ ਕਰਨਾ ਹੈ ਜਾਂ ਕਲੋਜ਼ ਕਰਨਾ ਹੈ, ਜਾਂ ਕੋਈ ਨਵਾਂ ਡਾਕੂਮੈਂਟ ਲੈਣਾ ਹੈ, ਠੀਕ ਹੈ, ਪ੍ਰਿੰਟ ਕੱਢਣਾ ਹੈ ਜਾਂ ਸੇਵ ਕਰਨਾ ਹੈ, ਉਸਨੂੰ ਸੈਂਡ ਕਰਨਾ ਹੈ, ਠੀਕ ਹੈ, ਜਾਂ ਉਸਨੂੰ ਐਗਜ਼ਿਟ ਕਰਨਾ ਹੈ, ਤਾਂ ਇਹ ਸਾਰੇ ਕੰਮ ਸਾਡੇ ਕਿੱਥੇ ਹੁੰਦੇ ਨੇ, ਫਾਈਲ ਦੇ ਵਿੱਚ ਹੁੰਦੇ ਨੇ। ਅਗਰ ਤੁਸੀਂ ਰੀਸੈਂਟ 'ਤੇ ਕਲਿੱਕ ਕਰਦੇ ਹੋ, ਜੋ ਵੀ ਅਸੀਂ ਰੀਸੈਂਟ ਦੇ ਵਿੱਚ ਫਾਈਲਾਂ ਓਪਨ ਕੀਤੀਆਂ ਹੁੰਦੀਆਂ ਨੇ, ਜਿਹੜੀਆਂ ਹੁਣੀ ਓਪਨ ਕੀਤੀਆਂ ਨੇ, ਤਾਂ ਤੁਸੀਂ ਉਸਨੂੰ ਉਹਦੇ ਤੋਂ ਵੀ ਲੈ ਕੇ ਆ ਸਕਦੇ ਹੋ। ਤਾਂ ਰਾਜੇ ਤੁਹਾਡਾ ਸਭ ਤੋਂ ਪਹਿਲਾ ਕੰਮ ਕੀ ਹੈ, ਤੁਹਾਨੂੰ ਟੈਬਸ ਯਾਦ ਹੋਣੀਆਂ ਚਾਹੀਦੀਆਂ ਨੇ। ਠੀਕ ਹੈ, ਟੈਬਸ ਨੂੰ ਤੁਸੀਂ ਕਿਵੇਂ ਯਾਦ ਕਰ ਸਕਦੇ ਹੋ, ਤਾਂ ਇਸ ਨੂੰ ਜਿਵੇਂ ਫਸਟ ਫਾਈਲ ਹੈ, ਦੂਜੀ ਹੋਮ, ਇਨਸਰਟ ਹੋ ਗਈ, ਠੀਕ ਹੈ, ਪੇਜ ਲੇਆਊਟ ਹੋ ਗਈ, ਰੈਫਰੈਂਸ ਹੋ ਗਈ, ਮੇਲਿੰਗ ਹੋ ਗਈ, ਰਿਵਿਊ, ਵਿਊ, ਠੀਕ ਹੈ, ਜਾਂ ਫੋਕਸਿਟ PDF, ਜੋ ਵੀ ਤੁਹਾਡੀ ਟੈਬਸ ਨੇ ਉਸਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ ਹੈ। ਮੇਰੇ ਕੋਲ ਜੋ ਇਹ ਆਫਿਸ ਹੈ ਇਹ 10 ਹੈ, ਇਸ ਕਰਕੇ ਇਸ ਦੇ ਵਿੱਚ ਥੋੜ੍ਹਾ ਜਿਹਾ ਚੇਂਜਸ ਹੋਣਗੇ ਵਿੰਡੋਜ਼ 7 ਦੇ ਨਾਲੋਂ। ਤਾਂ ਸਭ ਤੋਂ ਪਹਿਲਾ ਕੰਮ ਸਾਡਾ ਕੀ ਹੈ, ਅਸੀਂ ਟੈਬਸ ਨੂੰ ਯਾਦ ਕਰਨਾ ਹੈ। ਜਦੋਂ ਵੀ ਤੁਸੀਂ ਘਰ ਬੈਠੇ ਹੋ ਜਾਂ ਫ੍ਰੀ ਬੈਠੇ ਹੋ ਜਾਂ IT ਦਾ ਕੰਮ ਹੀ ਕਰਦੇ ਹੋ, ਤਾਂ ਤੁਸੀਂ ਇਹ ਟੈਬਸ ਨੂੰ ਪਹਿਲਾਂ ਯਾਦ ਕਰਨਾ ਹੈ। ਉਸ ਤੋਂ ਬਾਅਦ ਅਸੀਂ ਅਗਰ ਗਰੁੱਪ ਦੀ ਗੱਲ ਕਰੀਏ ਤਾਂ ਸਾਡੇ ਕੋਲ ਹਰ ਇੱਕ ਟੈਬ ਦੇ ਵਿੱਚ ਗਰੁੱਪ ਹੁੰਦੇ ਨੇ। ਤਾਂ ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇੱਕ ਲਾਈਨ ਉਰੇ ਲੱਗ ਗਈ, ਖਤਮ ਹੋ ਗਈ, ਤਾਂ ਇਹ ਇੱਕ ਗਰੁੱਪ ਬਣ ਗਿਆ। ਜਦੋਂ ਲਾਈਨ ਲੱਗੀ ਹੋਈ ਹੈ ਤਾਂ ਇਹ ਸੈਕਿੰਡ ਗਰੁੱਪ ਹੈ। ਉਸ ਤੋਂ ਬਾਅਦ ਅਗਲੀ ਵਾਲਾ ਥਰਡ ਹੋ ਗਿਆ, ਉਸ ਤੋਂ ਬਾਅਦ ਇਹ ਫੋਰਥ ਗਰੁੱਪ ਹੋ ਗਿਆ ਅਤੇ ਇਹ ਫਿਫਥ ਗਰੁੱਪ ਹੋ ਗਿਆ। ਤਾਂ ਹਰ ਇੱਕ ਟੈਬ ਦੇ ਵਿੱਚ ਗਰੁੱਪ ਹੁੰਦੇ ਨੇ, ਤਾਂ ਤੁਹਾਨੂੰ ਗਰੁੱਪਾਂ ਦੇ ਨਾਮ ਵੀ ਪਤਾ ਹੋਣੇ ਚਾਹੀਦੇ ਨੇ। ਹਜੇ ਤੁਸੀਂ 9th ਕਲਾਸ ਦੇ ਵਿੱਚੋਂ, ਤਾਂ ਤੁਸੀਂ ਹਜੇ ਹੋਮ ਟੈਬ ਜਾਂ ਇਨਸਰਟ ਟੈਬ ਦੇ ਗਰੁੱਪਸ ਨੂੰ ਯਾਦ ਕਰ ਸਕਦੇ ਹੋ, ਕਿਉਂਕਿ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਯੂਜ਼ਫੁਲ ਨੇ। ਉਸ ਤੋਂ ਇਲਾਵਾ ਅਗਰ ਮੈਂ ਰੀਬਨ ਦੀ ਗੱਲ ਕਰਾਂ ਰਾਜੀ, ਜਿਹੜਾ ਇਹ ਸਾਰਾ ਤੁਸੀਂ ਏਰੀਆ ਦੇਖ ਰਹੇ ਹੋ, ਫਾਈਲ ਤੋਂ ਲੈ ਕੇ ਨੀਚੇ ਵਾਲਾ ਜਿਹੜਾ ਇਹ ਬਾਕਸ ਬਣਿਆ ਹੋਇਆ ਹੈ, ਇਸ ਨੂੰ ਅਸੀਂ ਰੀਬਨ ਕਹਿੰਦੇ ਹਾਂ। ਠੀਕ ਹੈ, ਜਿਹੜਾ ਇਹ ਵਾਈਟ ਜਿਹਾ ਏਰੀਆ ਤੁਹਾਨੂੰ ਦਿਖ ਰਿਹਾ ਹੈ ਇੰਨਾ, ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਰੀਬਨ ਕਹਿੰਦੇ ਹਾਂ। ਇਸ ਦੇ ਵਿੱਚ ਹੀ ਸਾਡੀ ਸਾਰੀਆਂ ਆਪਸ਼ਨਸ ਹੁੰਦੀਆਂ ਨੇ।
ਤਾਂ ਅਗਰ ਉਵੇਂ ਮੈਂ ਇੰਸਰਟ ਟੈਬ 'ਤੇ ਕਲਿੱਕ ਕਰਦੀ ਹਾਂ ਤਾਂ ਇੰਸਰਟ ਟੈਬ ਦੇ ਵਿੱਚ ਵੀ ਅਲੱਗ-ਅਲੱਗ ਗਰੁੱਪ ਨੇ। ਗਰੁੱਪ ਵੱਧ ਵੀ ਸਕਦੇ ਆ, ਘੱਟ ਵੀ ਸਕਦੇ ਆ, ਜਿਵੇਂ ਹੋਮ ਦੇ ਵਿੱਚ 5 ਨੇ, ਇੰਸਰਟ ਦੇ ਵਿੱਚ 5 ਤੋਂ ਜ਼ਿਆਦਾ ਨੇ। ਤਾਂ ਗਰੁੱਪਸ ਜਿਵੇਂ ਇਸ ਦੇ ਵਿੱਚ ਕਿਹੜਾ ਗਾ, ਪੇਜਿਸ ਹੈ, ਟੇਬਲ ਹੈ, ਠੀਕ ਹੈ, ਇਲਸਟ੍ਰੇਸ਼ਨ ਹੋ ਗਿਆ, ਲਿੰਕ ਹੋ ਗਿਆ, ਹੈਡਰ ਤੇ ਫੂਟਰ ਹੋ ਗਿਆ, ਟੈਕਸਟ ਹੋ ਗਿਆ ਤੇ ਸਿੰਬਲ ਹੋ ਗਏ, ਠੀਕ ਹੈ। ਇਸੇ ਤਰ੍ਹਾਂ ਤੁਸੀਂ ਹਰ ਇੱਕ ਗਰੁੱਪ ਨੂੰ ਯਾਦ ਕਰ ਸਕਦੇ ਹੋ। ਤੇ ਅਗਰ ਯਾਦ ਉਦੋਂ ਹੀ ਕਰੋਗੇ ਜਦੋਂ ਤੁਸੀਂ ਉਸਨੂੰ ਵਰਤੋਂ ਦੇ ਵਿੱਚ ਲੈ ਕੇ ਆਓਗੇ। ਤਾਂ ਵਰਤੋਂ ਦੇ ਵਿੱਚ ਅਸੀਂ ਪਹਿਲਾਂ ਹੋਮ ਟੈਬ ਨੂੰ ਲੈ ਕੇ ਆਵਾਂਗੇ। ਤਾਂ ਅੱਗੇ ਅਸੀਂ ਅਗਰ ਬੁੱਕ ਨੂੰ ਖੋਲ੍ਹਦੇ ਹਾਂ ਤਾਂ ਬੁੱਕ ਦੇ ਵਿੱਚ ਸਾਡੇ ਕੋਲ ਕੀ ਹੈ ਰਾਜੇ, ਤਾਂ ਹਰ ਇੱਕ ਜੋ ਸਾਡੀ ਟੈਬ ਹੈ ਉਸਦੇ ਦਿੱਤੇ ਹੋਏ ਨੇ ਗਰੁੱਪ। ਤੁਸੀਂ ਉਰੇ ਤੋਂ ਹੀ ਗਰੁੱਪਸ ਨੂੰ ਯਾਦ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਲੈਪਟਾਪ ਜਾਂ ਕੰਪਿਊਟਰ ਨਹੀਂ ਹੈਗਾ ਘਰੇ। ਉਵੇਂ ਆਪਣੇ ਕੋਲ ਰੈਫਰੈਂਸ ਟੈਬ ਹੋ ਗਈ, ਮੇਲਿੰਗ ਟੈਬ ਹੋ ਗਈ, ਠੀਕ ਹੈ, ਰਿਵਿਊ ਤੇ ਵਿਊ ਟੈਬ ਹੋ ਗਈ। ਤਾਂ ਉਵੇਂ ਅਸੀਂ ਅਗਰ ਹੋਮ ਟੈਬ ਦੀ ਗੱਲ ਕਰੀਏ, ਉਰੇ ਤੁਸੀਂ ਸਿਰਫ ਹੋਮ ਟੈਬ ਦਾ ਓਵਰਵਿਊ ਲੈਣਾ ਹੈ। ਤਾਂ ਜੋ ਸਾਡੀ ਹੋਮ ਟੈਬ ਹੁੰਦੀ ਹੈ ਉਸ ਦੇ ਵਿੱਚ ਸਾਡੇ ਕੋਲ ਕਿੰਨੇ ਗਰੁੱਪ ਹੁੰਦੇ ਨੇ, 5 ਗਰੁੱਪ ਹੁੰਦੇ ਨੇ, ਠੀਕ ਹੈ। 5 ਕਿਹੜੇ ਹੋ ਗਏ ਰਾਜੇ, ਕਲਿੱਪਬੋਰਡ ਹੋ ਗਿਆ, ਫੌਂਟ, ਪੈਰਾਗ੍ਰਾਫ, ਸਟਾਈਲ ਤੇ ਐਡੀਟਿੰਗ। 5 ਗਰੁੱਪ ਬਹੁਤ ਸੌਖੇ ਨੇ, ਤੁਸੀਂ ਕੰਮ ਵੀ ਆਸਾਨੀ ਨਾਲ ਕਰ ਲਓਗੇ ਤੇ ਇਸ ਨੂੰ ਯਾਦ ਵੀ ਕਰ ਸਕਦੇ ਹਾਂ। ਅਗਰ ਅਸੀਂ ਕਲਿੱਪਬੋਰਡ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸਾਡੇ ਕੋਲ ਜੋ ਕਮਾਂਡਸ ਹੁੰਦੀਆਂ ਨੇ ਉਹ ਕੱਟ, ਕਾਪੀ, ਪੇਸਟ ਦੀਆਂ ਹੁੰਦੀਆਂ ਨੇ, ਠੀਕ ਹੈ। ਕਿਹੜੀਆਂ ਹੁੰਦੀਆਂ ਨੇ ਰਾਜੇ, ਆ ਦੇਖੋ ਆਪਣੇ ਕੋਲ ਜੋ ਕਮਾਂਡਸ ਹੁੰਦੀਆਂ ਨੇ ਕੱਟ, ਕਾਪੀ, ਪੇਸਟ ਤੇ ਫਾਰਮੈਟ ਪੇਂਟ। ਤਾਂ ਇਹ ਤਿੰਨੋਂ ਚਾਰੋਂ ਆਪਸ਼ਨਸ ਬਹੁਤ ਸੌਖੀਆਂ ਨੇ। ਕੱਟ, ਕਾਪੀ, ਪੇਸਟ ਤੁਹਾਨੂੰ ਪਤਾ ਹੈ, ਫਾਰਮੈਟ ਪੇਂਟਰ ਤੁਹਾਡੇ ਲਈ ਥੋੜ੍ਹਾ ਜਿਹਾ ਨਿਊ ਹੈ, ਬਟ ਇਸ ਦੀ ਆਪਸ਼ਨ ਵੀ ਬਹੁਤ ਹੀ ਜ਼ਿਆਦਾ ਈਜ਼ੀ ਹੈ, ਠੀਕ ਹੈ। ਉਸ ਤੋਂ ਬਾਅਦ ਅਗਰ ਅਸੀਂ ਅੱਗੇ ਗੱਲ ਕਰੀਏ ਤਾਂ ਸਾਡੇ ਕੋਲ ਜੋ ਫੌਂਟ ਗਰੁੱਪ ਹੁੰਦਾ ਹੈ ਇਸ ਦੇ ਵਿੱਚ ਅਸੀਂ ਫੌਂਟ ਨੂੰ ਬਦਲਦੇ ਹਾਂ, ਫੌਂਟ ਦਾ ਫੇਸ ਬਦਲਦੇ ਹਾਂ, ਸਟਾਈਲ ਬਦਲਦੇ ਹਾਂ, ਸਾਈਜ਼ ਬਦਲਦੇ ਹਾਂ, ਇਫੈਕਟ ਬਦਲਦੇ ਹਾਂ, ਠੀਕ ਹੈ। ਤਾਂ ਅੱਜ ਦਾ ਜੋ ਸੈਸ਼ਨ ਹੈ ਇਸ ਦੇ ਵਿੱਚ ਸਿਰਫ ਅਸੀਂ ਇੰਟਰੋਡਕਸ਼ਨ ਪੜ੍ਹਾਂਗੇ। ਜਿਹੜੇ ਇਹਨਾਂ ਦੇ ਕੰਮ ਨੇ ਉਹ ਆਪਾਂ ਨੈਕਸਟ ਸੈਸ਼ਨ ਦੇ ਵਿੱਚ ਕਰਾਂਗੇ। ਤਾਂ ਅੱਜ ਸਿਰਫ ਮੈਂ ਤੁਹਾਨੂੰ ਇਹਨਾਂ ਦੀ ਇੰਟਰੋਡਕਸ਼ਨ ਕਰਾ ਰਹੀ ਹਾਂ। ਤਾਂ ਜੋ ਸਾਡਾ ਫੌਂਟ ਗਰੁੱਪ ਹੈ ਰਾਜੇ, ਦੇਖੋ ਫੌਂਟ ਗਰੁੱਪ ਦੇ ਵਿੱਚ ਅਸੀਂ ਫੌਂਟ ਫੇਸ, ਠੀਕ ਹੈ, ਅਗਰ ਤੁਸੀਂ ਪੰਜਾਬੀ ਦੇ ਵਿੱਚ ਟਾਈਪ ਕਰਨਾ ਹੈ ਤਾਂ ਪੰਜਾਬੀ ਦੇ ਵਿੱਚ ਕਰ ਸਕਦੇ ਹੋ, ਜਾਂ ਕਿਸੇ ਹੋਰ ਡਿਜ਼ਾਈਨਿੰਗ ਦੇ ਵਿੱਚ ਤੁਸੀਂ ਫੇਸ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ। ਉਸ ਤੋਂ ਬਾਅਦ ਅਸੀਂ ਇਸ ਦਾ ਸਾਈਜ਼ ਵੀ ਚੇਂਜ ਕਰ ਸਕਦੇ ਹਾਂ, ਸਾਈਜ਼ ਨੂੰ ਘਟਾ ਵਧਾ ਸਕਦੇ ਹਾਂ, ਠੀਕ ਹੈ। ਆਪਾਂ ਚੇਂਜ ਕੇਸ ਕਰ ਸਕਦੇ ਹਾਂ, ਅਗਰ ਸੈਂਟੈਂਸ ਕੇਸ ਜਾਂ ਕੈਪੀਟਲ ਕੇਸ ਵਗੈਰਾ 'ਚ ਲਿਖਣਾ ਤੁਸੀਂ ਲਿਖ ਸਕਦੇ ਹੋ। ਕਲੀਅਰ ਫਾਰਮੈਟ ਕਰ ਸਕਦੇ ਹਾਂ, ਜੋ ਵੀ ਲਿਖਿਆ ਉਸਨੂੰ ਕਲੀਅਰ ਕਰ ਦੇਣਾ, ਕਲਰ ਕਰਨਾ, ਠੀਕ ਹੈ, ਹਾਈਲਾਈਟ ਹੋ ਗਿਆ। ਉਸ ਤੋਂ ਬਾਅਦ ਟੈਕਸਟ ਇਫੈਕਟ ਹੋ ਗਿਆ, ਆਪਣਾ ਸਬਸਕ੍ਰਿਪਟ ਤੇ ਸੁਪਰਸਕ੍ਰਿਪਟ, ਮੈਥ ਦੀ ਆਪਸ਼ਨਸ ਹੋ ਗਏ, ਬੋਰਡਰ, ਇਟੈਲਿਕ ਤੇ ਅੰਡਰਲਾਈਨ, ਤੁਸੀਂ ਸਾਰਾ ਕੁਝ ਇਸ ਦੇ ਵਿੱਚ ਕਰ ਸਕਦੇ ਹੋ। ਅੱਗੇ ਜੋ ਗਰੁੱਪ ਆਉਂਦਾ ਹੈ ਨੈਕਸਟ ਉਹ ਹੁੰਦਾ ਹੈ ਪੈਰਾਗ੍ਰਾਫ ਗਰੁੱਪ। ਇਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਆਪਣੇ ਪੈਰਾਗ੍ਰਾਫ ਨੂੰ ਐਡਿਟ ਕਰ ਸਕਦੇ ਹੋ, ਉਸ ਦੀ ਅਲਾਈਨਮੈਂਟ ਨੂੰ ਸੱਜੇ ਕਰਨਾ ਹੈ ਕਿ ਖੱਬੇ ਕਰਨਾ ਹੈ, ਜਾਂ ਉਸਦੀ ਲਾਈਨਸ ਜੋ ਜਸਟੀਫਾਈ ਕਰਨੀਆਂ ਨੇ ਉਸਨੂੰ ਸੈੱਟ ਕਰ ਸਕਦੇ ਹੋ। ਲੈਫਟ ਰਾਈਟ ਤੋਂ ਜੋ ਮਾਰਜਿਨ ਹੈ ਉਸਨੂੰ ਸੈੱਟ ਕਰ ਸਕਦੇ ਹੋ, ਠੀਕ ਹੈ। ਅਗਰ ਤੁਸੀਂ ਬੁਲਟ ਲਿਸਟ ਯੂਜ਼ ਕਰਨੀ ਹੈ ਤਾਂ ਬੁਲਟ ਪੁਆਇੰਟ, ਅਗਰ ਪੁਆਇੰਟਾਂ ਦੇ ਵਿੱਚ ਲਿਖਣਾ ਚਾਹੁੰਦੇ ਹੋ ਤਾਂ ਪੁਆਇੰਟਸ ਨੂੰ ਯੂਜ਼ ਕਰ ਸਕਦੇ ਹੋ। ਅਗਰ ਤੁਸੀਂ ਨੰਬਰਿੰਗ ਦੇ ਵਿੱਚ ਲਿਖਣਾ ਚਾਹੁੰਦੇ ਹੋ ਤਾਂ ਨੰਬਰਿੰਗਸ ਦੇ ਵਿੱਚ, ਅਗਰ ਤੁਸੀਂ ਕੁਛ ਹੋਰ ਆਪਣੇ ਮਲਟੀ ਲੈਵਲ ਲਿਸਟ ਲਗਾਉਣਾ ਚਾਹੁੰਦੇ ਹੋ ਜਿਵੇਂ ਕਿ 1 ਲਿਖ ਕੇ ਅਗਲਾ ਪੁਆਇੰਟ A ਆਵੇ ਫਿਰ B ਆਵੇ ਤਾਂ ਤੁਸੀਂ ਉੱਦਾਂ ਕਰ ਸਕਦੇ ਹੋ। ਉਸੀ ਤਰ੍ਹਾਂ ਸਾਡੇ ਕੋਲ ਲੈਫਟ ਇੰਟੈਂਡ ਤੇ ਰਾਈਟ ਇੰਟੈਂਡ ਹੁੰਦੇ ਨੇ, ਠੀਕ ਹੈ। ਇਸ ਨੂੰ ਅਸੀਂ ਆਪਣਾ ਇਨਕਰੀਜ਼ ਜਾਂ ਡਿਕਰੀਜ਼ ਕਰ ਸਕਦੇ ਹਾਂ, ਸੋਰਟਿੰਗ ਕਰ ਸਕਦੇ ਹਾਂ ਤੇ ਸ਼ੇਡਿੰਗ ਕਰਨੀ ਆ, ਬੋਰਡਰ ਕਰਨਾ ਗਾ, ਤਾਂ ਸਾਰੀ ਚੀਜ਼ਾਂ ਤੁਸੀਂ ਇਸ ਦੇ ਵਿੱਚ ਕਰ ਸਕਦੇ ਹੋ। ਅਗਲਾ ਜੋ ਆਉਂਦਾ ਹੈ ਰਾਜੇ ਗਰੁੱਪ ਸਟਾਈਲ ਗਰੁੱਪ ਆ। ਇਸ ਦੇ ਵਿੱਚ ਅਸੀਂ ਸਟਾਈਲਸ ਲਗਾ ਸਕਦੇ ਹਾਂ ਆਪਣੇ ਪੈਰਾਗ੍ਰਾਫ ਦੇ ਵਿੱਚ। ਤਾਂ ਹਜੇ ਮੈਂ ਸਿਰਫ ਓਵਰਵਿਊ ਦੱਸ ਰਹੀ ਹਾਂ, ਇਸ ਦੇ ਕੰਮ ਉਦੋਂ ਹੀ ਕਰਾਂਗੇ ਜਦੋਂ ਇਸਦਾ ਟਾਈਮ ਆਵੇਗਾ। ਤਾਂ ਅਸੀਂ ਸਟਾਈਲ ਹੁੰਦਾ ਹੈ ਕਿ ਆਪਣੇ ਫੌਂਟ ਜਾਂ ਪੈਰਾਗ੍ਰਾਫ ਨੂੰ ਕੋਈ ਇੱਕ ਵਧੀਆ ਜਿਹੇ ਸਟਾਈਲ ਦੇ ਵਿੱਚ ਲਿਖਣਾ। ਅਗਰ ਤੁਸੀਂ ਟੈਕਸਟ ਨੂੰ ਲੱਭਣਾ, ਠੀਕ ਹੈ, ਰਿਪਲੇਸ ਕਰਨਾ ਚਾਹੁੰਦੇ ਹੋ ਜਾਂ ਸਿਲੈਕਟ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਐਡੀਟਿੰਗ ਟੈਬ ਦੇ ਉੱਤੇ ਕਲਿੱਕ ਕਰਾਂਗੇ, ਠੀਕ ਹੈ। ਤਾਂ ਅੱਗੇ ਆਪਾਂ ਫੇਰ ਟੈਕਸਟ ਬੁੱਕ 'ਤੇ ਜਾਂਦੇ ਹਾਂ। ਤਾਂ ਇਹ ਸਾਰੇ ਜੋ ਗਰੁੱਪ ਸੀ ਮੈਂ ਤੁਹਾਨੂੰ ਦੱਸਦੇ ਵੀ ਪੈਰਾਗ੍ਰਾਫ ਗਰੁੱਪ ਕੀ ਹੁੰਦਾ ਹੈ ਜਾਂ ਐਡੀਟਿੰਗ ਗਰੁੱਪ ਜਾਂ ਸਟਾਈਲ ਗਰੁੱਪ ਕੀ ਹੁੰਦਾ ਹੈ, ਠੀਕ ਹੈ। ਇਹ ਸਾਰੀ ਓਵਰਵਿਊ ਹੋ ਗਈਆਂ। ਉਸ ਤੋਂ ਬਾਅਦ ਰਾਜੇ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਇਹ ਸਾਰੀਆਂ ਆਪਸ਼ਨਸ ਲਿਖਣੀਆਂ ਨੇ, ਜਿਵੇਂ ਹੋਮ ਟੈਬ ਗਰੁੱਪ ਦੇ ਵਿੱਚ ਜੋ ਕਲਿੱਪਬੋਰਡ ਦੀ ਆਪਸ਼ਨਸ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ, ਉਹਨਾਂ ਦੇ ਕੀ ਕੰਮ ਹੁੰਦੇ। ਜਿਵੇਂ ਉਰੇ ਫਾਰਮੈਟ ਪੇਂਟਰ ਦੱਸਿਆ ਹੋਇਆ ਜੋ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਕਾਪੀ ਕਰਨ ਲਈ ਵਰਤਿਆ ਜਾਂਦਾ ਹੈ। ਅਗਰ ਮੰਨ ਲਓ ਤੁਸੀਂ ਇੱਕ ਕਲਰਡ ਟੈਕਸਟ ਨੂੰ ਕਾਪੀ ਕੀਤਾ ਹੈ ਤਾਂ ਉਸਨੂੰ
सेम जगह पे उस तरह ही लेके रखना चाहते हो भी जो कलर उसका है दूजे पासे भी उसी तरह का कलर आवे ਤਾਂ ਤੁਸੀਂ ਫੋਰਮੈਟ ਪ੍ਰਿੰਟਰ ਨੂੰ ਵਰਤ ਸਕਦੇ ਹੋ। ਉਵੇਂ ਹੀ ਫਿਰ ਸਾਡੇ ਕੋਲ ਫੋਂਟ ਆ ਜਾਂਦਾ ਹੈ, ਪੈਰਾਗ੍ਰਾਫ ਹੋ ਗਿਆ, ਠੀਕ ਹੈ, ਸਟਾਈਲਸ, ਇਹ ਸਾਰੇ ਹੋ ਗਏ। ਅਗਰ ਮੈਂ ਰਾਜੇ ਐਕਟੀਵਿਟੀਜ਼ ਦੀ ਗੱਲ ਕਰਾਂ ਜੋ ਤੁਸੀਂ ਕਰਨੀ ਹੈ ਤਾਂ ਤੁਸੀਂ ਐਕਟੀਵਿਟੀਜ਼ ਦਾ ਕੰਮ ਤਾਂ ਇਹੀ ਹੈ ਕਿ ਵੱਖ-ਵੱਖ ਟੈਬਾਂ ਦੇ ਕੰਮ ਦੀ ਪਹਿਚਾਣ ਅਤੇ ਵਿਆਖਿਆ ਕਰਨੀ ਹੈ। ਤੁਸੀਂ ਦੇਖਣਾ ਹੈ ਕਿ ਹਰ ਇੱਕ ਟੈਬ ਦਾ ਕੀ ਕੰਮ ਹੈ ਤਾਂ ਉਸਦੀ ਕੀ ਮੈਂ ਪਹਿਚਾਣ ਕਰਨੀ ਹੈ। ਉਸ ਜਿਵੇਂ ਤੁਸੀਂ ਫਾਈਲ, ਹੋਮ, ਇੰਸਰਟ ਹੋ ਗਏ ਜਾਂ ਜਿੰਨੀਆਂ ਵੀ ਆਪਣੀ ਟੈਬਸ ਨੇ 8 ਤਾਂ ਉਹਨਾਂ ਟੈਬਸ ਨੂੰ ਤੁਸੀਂ ਯਾਦ ਰੱਖਣਾ ਹੈ ਕਿ ਸਾਡੇ ਕੋਲ ਕਿੰਨੀਆਂ ਟੈਬਸ ਨੇ 8। ਅਗਰ ਤੁਸੀਂ ਵਿੰਡੋ 7 ਯੂਜ਼ ਕਰ ਰਹੇ ਹੋ ਤਾਂ ਇੱਕ ਹੋਮ ਆਫਿਸ ਬਟਨ ਹੁੰਦਾ ਹੈ, ਬਾਕੀ 7 ਟੈਬਸ ਹੁੰਦੀਆਂ ਨੇ। ਤਾਂ ਇਸ ਤਰ੍ਹਾਂ ਤੁਸੀਂ ਟੈਬਸ ਨੂੰ ਯਾਦ ਕਰ ਸਕਦੇ ਹੋ। ਅਤੇ ਹੋਮ ਟੈਬ ਦੇ ਵਿੱਚ ਕਿੰਨੇ ਗਰੁੱਪ ਹੁੰਦੇ ਨੇ? 5 ਗਰੁੱਪ ਹੁੰਦੇ ਨੇ। ਅਤੇ ਕਿਹੜੇ ਗਰੁੱਪ ਹੁੰਦੇ ਨੇ? ਜਿਵੇਂ ਕਲਿੱਪ ਬੋਰਡ, ਫੋਂਟ, ਪੈਰਾਗ੍ਰਾਫ, ਸਟਾਈਲ ਅਤੇ ਐਡੀਟਿੰਗ। ਤਾਂ ਇਹ ਵਾਲੇ ਸਾਰੇ ਗਰੁੱਪਾਂ ਨੂੰ ਤੁਸੀਂ ਯਾਦ ਕਰਨਾ ਹੈ ਅਤੇ ਇਹਨਾਂ ਦੇ ਕੰਮਾਂ ਨੂੰ ਯਾਦ ਕਰਨਾ ਹੈ। ਤਾਂ ਰਾਜੇ ਜੋ ਸਾਡਾ ਅੱਜ ਦਾ ਸੈਸ਼ਨ ਸੀ ਉਹ ਇੰਨਾ ਕੀ ਸੀ, ਜਿਸ ਦੇ ਵਿੱਚ ਅਸੀਂ ਕੀ ਕੀਤਾ ਗਾ, ਇੱਕ ਜੋ ਟੈਬਸ ਨੇ ਉਹਨਾਂ ਦਾ ਓਵਰਵਿਊ ਲਿੱਤਾ ਹੈ ਕਿ ਕਿੰਨੀਆਂ ਸਾਡੀਆਂ ਟੈਬਸ ਹੁੰਦੀਆਂ ਨੇ, ਕਿੰਨੇ ਉਹਨਾਂ ਦੇ ਗਰੁੱਪ ਹੁੰਦੇ ਨੇ, ਇੱਕ ਯੂਜ਼ਰ ਇੰਟਰਫੇਸ ਦੀ ਪਹਿਚਾਣ ਕੀਤੀ ਹੈ, ਇੱਕ ਬਟਨਾਂ ਦੀ ਪਹਿਚਾਣ ਕੀਤੀ ਹੈ, ਕਿਹੜੇ ਬਟਨ ਦਾ ਆਈਕਨ ਕਿੱਦਾਂ ਦਾ ਹੁੰਦਾ ਹੈ, ਜਿਵੇਂ ਗੋਲਡ ਦਾ B ਤੋਂ ਸ਼ੁਰੂ ਹੁੰਦਾ ਹੈ, U ਦਾ ਅੰਡਰਲਾਈਨ ਤੋਂ U ਦੇ ਨੀਚੇ ਇੱਕ ਅੰਡਰਲਾਈਨ ਲੱਗੀ ਹੁੰਦੀ ਹੈ। ਤਾਂ ਸਟੂਡੈਂਟਸ ਆਈ ਹੋਪ ਤੁਹਾਨੂੰ ਅੱਜ ਦਾ ਇਹ ਸੈਸ਼ਨ ਵਧੀਆ ਲੱਗਿਆ ਹੋਵੇਗਾ। ਨੈਕਸਟ ਸੈਸ਼ਨ ਦੇ ਵਿੱਚ ਫਿਰ ਮਿਲਾਂਗੇ। ਬਾਏ ਬਾਏ, ਟੇਕ ਕੇਅਰ, ਹੈਵ ਅ ਨਾਈਸ ਡੇ।